ਹੈਲੋ ਡੀਅਰ ਸਟੂਡੈਂਟਸ, ਬੇਟੇ 9th ਕਲਾਸ ਦਾ ਅੱਜ ਅਸੀਂ 6th ਚੈਪਟਰ ਸਟਾਰਟ ਕਰਾਂਗੇ। 2 ਚੈਪਟਰ ਪਹਿਲਾਂ ਕੈਮਿਸਟਰੀ ਦੇ ਹੋ ਚੁੱਕੇ ਹਨ ਅਤੇ 2 ਬਾਇਓਲੋਜੀ ਦੇ ਕਰਨੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਚੈਪਟਰ ਹੈ ਜਿਹੜਾ ਦੀ ਫੰਡਾਮੈਂਟਲ ਯੂਨਿਟ ਆਫ ਲਾਈਫ ਹੋ ਚੁੱਕਿਆ ਅਤੇ ਇਹ ਦੂਸਰਾ ਚੈਪਟਰ ਹੈ ਬਾਇਓਲੋਜੀ ਦਾ ਟਿਸ਼ੂ। ਇਸ ਤੋਂ ਬਾਅਦ 2 ਚੈਪਟਰ ਅਸੀਂ ਫਿਜ਼ਿਕਸ ਦੇ ਕਰਾਂਗੇ। ਸੋ 6th ਚੈਪਟਰ ਹੈ ਟਿਸ਼ੂ। ਸੈੱਲ ਅਸੀਂ ਪੜ੍ਹ ਚੁੱਕੇ ਹਾਂ। ਸੈੱਲ ਕੀ ਹੈ? ਸਮਾਲੈਸਟ ਯੂਨਿਟ, ਦੀ ਫੰਡਾਮੈਂਟਲ ਯੂਨਿਟ ਆਫ ਲਾਈਫ। ਇਸ ਦੀ ਡੈਫੀਨੇਸ਼ਨ ਇਹ ਵੀ ਪੜ੍ਹੀ ਸੀ, ਇਟ ਇਜ਼ ਦੀ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ। ਸੋ ਟਿਸ਼ੂ ਕੀ ਹੈ? ਜਦੋਂ ਬਹੁਤ ਸਾਰੇ ਸੈੱਲ ਇਕੱਠੇ ਹੋ ਕੇ ਇੱਕ ਗਰੁੱਪ ਦੇ ਰੂਪ ਦੇ ਵਿੱਚ ਇੱਕ ਕੰਮ ਕਰਦੇ ਹਨ ਤਾਂ ਉਹ ਟਿਸ਼ੂ ਬਣ ਜਾਂਦਾ ਹੈ। ਟਿਸ਼ੂਜ਼, ਇਹ ਗਰੁੱਪ ਆਫ ਸੈੱਲਸ, ਇਹ ਸੈੱਲਸ ਦਾ ਗਰੁੱਪ ਹੈ ਦੈਟ ਆਰ ਸਿਮਿਲਰ ਇਨ ਸਟਰਕਚਰ ਐਂਡ ਔਰ ਵਰਕ ਟੁਗੈਦਰ ਟੂ ਅਚੀਵ ਏ ਪਾਰਟੀਕੂਲਰ ਫੰਕਸ਼ਨ ਫਾਰਮਸ ਏ ਟਿਸ਼ੂ। ਗਰੁੱਪ ਆਫ ਸੈੱਲਸ, ਸੈੱਲ ਦਾ ਗਰੁੱਪ ਦੈਟ ਆਰ ਸਿਮਿਲਰ ਇਨ ਸਟਰਕਚਰ, ਜਿਨ੍ਹਾਂ ਦੀ ਸਟਰਕਚਰ ਸੇਮ ਹੋਵੇ, ਐਂਡ ਔਰ ਗਰੁੱਪ ਟੁਗੈਦਰ, ਅਤੇ ਇਕੱਠੇ ਹੋ ਕੇ, ਐਂਡ ਵਰਕ ਟੁਗੈਦਰ, ਅਤੇ ਇਕੱਠੇ ਹੋ ਕੇ ਕੰਮ ਕਰਨ, ਟੂ ਅਚੀਵ ਏ ਪਾਰਟੀਕੂਲਰ ਫੰਕਸ਼ਨ ਫਾਰਮਸ ਏ ਟਿਸ਼ੂ। ਇੱਕ ਖਾਸ ਕੰਮ ਕਰਨ ਲਈ ਇਕੱਠੇ ਹੋ ਕੇ ਉਹ ਸੈੱਲ ਜਿਨ੍ਹਾਂ ਦੀ ਸਟਰਕਚਰ ਸੇਮ ਹੋਵੇ ਕੰਮ ਕਰਦੇ ਹਨ, ਇੱਕ ਪਾਰਟੀਕੂਲਰ ਕੰਮ ਕਰਦੇ ਹਨ, ਉਸ ਨੂੰ ਟਿਸ਼ੂ ਕਿਹਾ ਜਾਂਦਾ ਹੈ। ਗਰੁੱਪ ਆਫ ਸੈੱਲ ਇਜ਼ ਕਾਲਡ ਟਿਸ਼ੂ। ਗਰੁੱਪ ਆਫ ਸੈੱਲਸ ਇਜ਼ ਕਾਲਡ ਟਿਸ਼ੂ। ਜਿਸ ਤਰ੍ਹਾਂ ਸਾਡੇ ਬਾਡੀ ਦੇ ਵਿੱਚ ਬਲੱਡ ਹੈ। ਬਲੱਡ ਇੱਕ ਟਿਸ਼ੂ ਹੈ ਜੋ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਟਰਾਂਸਪੋਰਟ ਦਾ ਕੰਮ ਕਰਦਾ ਹੈ। ਭੋਜਨ ਨੂੰ ਟਰਾਂਸਪੋਰਟ ਕਰਨਾ, ਗੈਸ ਨੂੰ ਟਰਾਂਸਪੋਰਟ ਕਰਨਾ, ਇਹ ਬਲੱਡ ਦਾ ਕੰਮ ਹੈ। ਬਲੱਡ ਕੀ ਹੈ? ਕੰਬੀਨੇਸ਼ਨ ਆਫ ਸੈੱਲ। ਬਲੱਡ ਦੇ ਵਿੱਚ ਕਿੰਨੇ ਹੀ ਸੈੱਲ ਹੁੰਦੇ ਹਨ, ਤੁਸੀਂ ਪੜ੍ਹਿਆ ਵੀ ਹੈ। ਵਾਈਟ ਬਲੱਡ ਸੈੱਲ, ਰੈੱਡ ਬਲੱਡ ਸੈੱਲ, ਪਲਾਜ਼ਮਾ। ਸੋ ਕੰਬੀਨੇਸ਼ਨ ਆਫ ਸੈੱਲ ਇਜ਼ ਕਾਲਡ ਟਿਸ਼ੂ। ਹੁਣ ਜਿਹੜੇ ਸੈੱਲ ਨੇ ਇਹਨਾਂ ਦਾ ਇੱਕ ਫੰਕਸ਼ਨ ਹੋ ਗਿਆ, ਇੱਕ ਹੀ ਕੰਮ ਕਰਨਾ। ਜਿਵੇਂ ਬਲੱਡ ਇੱਕ ਟਿਸ਼ੂ ਹੋ ਗਿਆ, ਹੁਣ ਤੁਹਾਡੇ ਡੈਫੀਨੇਸ਼ਨ ਸਮਝ 'ਚ ਆ ਜਾਵੇਗੀ। ਇਹ ਗਰੁੱਪ ਆਫ ਸੈੱਲਸ ਦੈਟ ਆਰ ਸਿਮਿਲਰ ਇਨ ਸਟਰਕਚਰ ਐਂਡ ਵਰਕ ਟੁਗੈਦਰ। ਸੈੱਲਾਂ ਦਾ ਗਰੁੱਪ ਜਿਨ੍ਹਾਂ ਦੀ ਸਟਰਕਚਰ ਸੇਮ ਹੈ ਅਤੇ ਵਰਕ ਟੁਗੈਦਰ, ਇਕੱਠੇ ਹੋ ਕੇ ਕੰਮ ਕਰਦੇ ਹਨ, ਟੂ ਅਚੀਵ ਏ ਪਾਰਟੀਕੂਲਰ ਫੰਕਸ਼ਨ, ਇੱਕ ਖਾਸ ਕੰਮ ਕਰਨ ਲਈ, ਫਾਰਮਸ ਏ ਟਿਸ਼ੂ, ਉਹ ਸੈੱਲ ਟਿਸ਼ੂ ਬਣਾਉਂਦੇ ਹਨ। ਟਿਸ਼ੂ ਨੇ ਜਿਹੜੇ, ਇਹ ਵੀ ਅਸੀਂ 2 ਪ੍ਰਕਾਰ ਦੇ ਪੜ੍ਹਾਂਗੇ, ਪਲਾਂਟ ਟਿਸ਼ੂ ਐਂਡ ਐਨੀਮਲ ਟਿਸ਼ੂ। ਪਲਾਂਟ ਟਿਸ਼ੂ ਐਂਡ ਐਨੀਮਲ tissue. Are plant and animal made of same types of tissue? ਕੀ ਇਹਨਾਂ ਵਿੱਚ ਸੇਮ ਟਾਈਪਸ ਹੁੰਦੀਆਂ ਹਨ ਟਿਸ਼ੂ ਦੇ? Let us compare the structure and functions. ਆਓ ਸਟਰਕਚਰ ਅਤੇ ਫੰਕਸ਼ਨ ਦੇਖੀਏ। ਪਲਾਂਟ ਦੀ ਸਟਰਕਚਰ ਦੇ ਵਿੱਚ ਟਿਸ਼ੂ ਕਿਸ ਤਰ੍ਹਾਂ ਹਨ ਅਤੇ ਕੀ ਕੰਮ ਕਰਦੇ ਹਨ? Do plants and animals have the same structure? ਕੀ ਉਹਨਾਂ ਦੀ ਸਟਰਕਚਰ ਸੇਮ ਹੈ? ਅਸੀਂ ਦੇਖਦੇ ਹਾਂ ਕਿ ਦੋਨਾਂ ਦੀ ਸਟਰਕਚਰ ਸੇਮ ਹੈ। ਡੂ ਦੇ ਬੋਥ ਪਰਫੋਰਮ ਸਿਮਿਲਰ ਫੰਕਸ਼ਨ? ਕੀ ਉਹ ਸਿਮਿਲਰ ਫੰਕਸ਼ਨ ਕਰਦੇ ਹਨ? ਪਲਾਂਟ ਵੀ ਉਹੀ ਕੰਮ ਕਰਦੇ ਹਨ ਜੋ ਐਨੀਮਲ ਕਰਦੇ ਹਨ। ਦੇਅਰ ਆਰ ਨੋਟਿਸੇਬਲ ਡਿਫਰੈਂਸਿਸ ਬਿਟਵੀਨ ਦੀਜ਼ ਟੂ। ਅਸੀਂ ਕਈ ਡਿਫਰੈਂਸ ਉਹਨਾਂ ਦੇ ਵਿੱਚ ਨੋਟਿਸ ਕਰਦੇ ਹਾਂ। ਜਨਰਲੀ ਸਾਨੂੰ ਪਤਾ ਹੈ ਕਿਹੜੇ ਪਲਾਂਟਸ ਆਰ ਸਟੇਸ਼ਨਰੀ ਔਰ ਫਿਕਸਡ। ਪਲਾਂਟ ਨੇ ਜਿਹੜੇ
ਉਹ ਖੜ੍ਹੇ ਰਹਿੰਦੇ ਹਨ, ਸਟੇਸ਼ਨਰੀ ਅਵਸਥਾ 'ਚ ਰਹਿੰਦੇ ਹਨ ਅਤੇ ਫਿਕਸ ਰਹਿੰਦੇ ਹਨ। ਦੇ ਡੋਂਟ ਮੂਵ, ਉਹ ਮੂਵ ਨਹੀਂ ਕਰਦੇ। ਸਿੰਸ ਦੇ ਹੈਵ ਟੂ ਬੀ upright, they have a large quantity of supportive tissue. The supportive tissue generally has dead cells. ਉਹ ਉੱਪਰ ਵੱਲ ਹੀ ਉਹਨਾਂ ਦਾ ਜਿਹੜਾ ਵਾਧਾ ਹੈ ਅਤੇ ਉਹਨਾਂ ਦੇ ਜਿਹੜੇ ਟਿਸ਼ੂ ਹਨ ਉਹ ਜਨਰਲੀ ਡੈਡ ਸੈੱਲ ਹੁੰਦੇ ਹਨ। ਐਨੀਮਲਸ on the other hand move around in search of food, mates and shelter. ਦੂਜੇ ਪਾਸੇ ਜਿਹੜੇ ਐਨੀਮਲਸ ਹਨ ਉਹ ਫਿਕਸ ਨਹੀਂ ਹਨ, ਉਹ ਮੂਵ ਕਰਦੇ ਨੇ ਇਨ ਦਾ ਸਰਚ ਆਫ ਫੂਡ, ਭੋਜਨ ਦੀ ਭਾਲ ਵਿੱਚ, ਮੇਟਸ ਲਈ ਐਂਡ ਸ਼ੈਲਟਰ, ਰਹਿਣ ਲਈ ਥਾਂ ਲੱਭਦੇ ਹਨ। ਦੇ ਕੰਜ਼ਿਊਮ ਮੋਰ ਐਨਰਜੀ, ਉਹ ਜ਼ਿਆਦਾ ਐਨਰਜੀ ਕੰਜ਼ਿਊਮ ਕਰਦੇ ਨੇ ਐਜ਼ ਕੰਪੇਅਰ ਟੂ ਪਲਾਂਟਸ ਨਾਲੋਂ, ਕਿਉਂਕਿ ਪਲਾਂਟਸ ਦੇ ਵਿੱਚ ਮੂਵਮੈਂਟ ਨਹੀਂ ਹੈ। ਅਨਦਰ ਡਿਫਰੈਂਸ ਬਿਟਵੀਨ ਐਨੀਮਲਸ ਐਂਡ ਪਲਾਂਟਸ ਇਜ਼ ਦੀ ਪੈਟਰਨ ਆਫ ਗਰੋਥ ਦੇ ਆਧਾਰ 'ਤੇ ਐਨੀਮਲ ਅਤੇ ਪਲਾਂਟਸ ਦੇ ਵਿੱਚ ਜਿਹੜਾ ਡਿਫਰੈਂਸ ਹੈ, ਦੀ ਗਰੋਥ ਇਨ ਪਲਾਂਟ ਇਜ਼ ਲਿਮਟਡ ਟੂ ਸਰਟਨ ਰੀਜ਼ਨਸ। ਪਲਾਂਟਸ ਦੀ ਜਿਹੜੀ ਗਰੋਥ ਹੈ ਉਹ ਕਿਸੇ ਰੀਜ਼ਨ 'ਤੇ ਜਾ ਕੇ, ਕਿਸੇ ਥਾਂ 'ਤੇ ਜਾ ਕੇ ਰੁਕ ਜਾਂਦੀ ਹੈ, ਲਿਮਟਡ ਹੈ। ਵਾਈਲ ਦਿਸ ਇਜ਼ ਨਾਟ ਸੋ ਇਨ ਐਨੀਮਲਸ, ਇਹ ਐਨੀਮਲਸ ਦੇ ਵਿੱਚ ਨਹੀਂ ਹੁੰਦੀ। ਸੋ ਇਹ ਮੇਨ ਬਰੀਫਲੀ ਇੰਨੇ ਡਿਫਰੈਂਸ ਤੁਸੀਂ ਯਾਦ ਰੱਖੇ ਹਨ। ਜੇਕਰ ਇਹਨਾਂ ਦੇ ਵਿੱਚ ਡਿਫਰੈਂਸ ਹਨ ਤਾਂ ਟਿਸ਼ੂ ਦੇ ਵਿੱਚ ਵੀ ਡਿਫਰੈਂਸਿਸ ਹੋਣਗੇ। ਸੋ ਅਸੀਂ ਇਸ ਨੂੰ ਪੜ੍ਹਨ ਲਈ ਸਭ ਤੋਂ ਪਹਿਲਾਂ ਪਲਾਂਟ ਟਿਸ਼ੂ ਪੜ੍ਹਾਂਗੇ। ਪਲਾਂਟ ਟਿਸ਼ੂ ਕੀ ਹਨ? ਕੁਐਸਚਨ ਤੁਹਾਨੂੰ ਅੱਜ ਰਿਟਨ ਲਈ ਵੀ ਦੇਵਾਂਗੇ। ਵਾਟ ਇਜ਼ ਟਿਸ਼ੂ, ਗਰੁੱਪ ਆਫ ਸੈੱਲਸ, ਤੁਸੀਂ ਹੁਣੇ ਡੈਫੀਨੇਸ਼ਨ ਪੜ੍ਹ ਕੇ ਹਟੇ ਹੋ, ਬੁੱਕ ਤੋਂ ਵੀ ਲਿਖ ਸਕਦੇ ਹੋ, ਗਾਈਡ ਤੋਂ ਵੀ ਲਿਖੀ ਜਾ ਸਕਦੀ ਹੈ। ਟਿਸ਼ੂ ਦੀ ਡੈਫੀਨੇਸ਼ਨ, a group of cells that are similar in structure and or work together to achieve a particular function forms a tissue. This is the definition. ਤੁਸੀਂ ਇਹ ਲਿਖ ਸਕਦੇ ਹੋ ਅਤੇ ਗਾਈਡ ਤੋਂ ਵੀ ਲਿਖ ਸਕਦੇ ਹੋ। ਸੋ ਪਲਾਂਟ ਟਿਸ਼ੂ, ਪਹਿਲਾ ਟਿਸ਼ੂ ਕੀ ਹੈ? ਮੈਰੀਸਟੇਮੈਟਿਕ ਟਿਸ਼ੂ। ਮੈਰੀਸਟੇਮੈਟਿਕ ਟਿਸ਼ੂ ਮੈਰੀਸਟੇਮੈਟਿਕ ਟਿਸ਼ੂ ਕੀ ਹੈ? The growth of plant occurs only in certain specific regions. ਜਿਹੜੀ ਪਲਾਂਟ ਦੀ ਗਰੋਥ ਹੈ ਉਹ ਕੁਝ ਖਾਸ ਥਾਵਾਂ 'ਤੇ ਹੁੰਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਜੜ੍ਹਾਂ ਨੀਚੇ ਨੂੰ ਵੱਧਦੀਆਂ ਹਨ ਅਤੇ ਉੱਪਰ ਨੂੰ ਜਿਹੜੀਆਂ ਨੇ ਨਿਊ ਲੀਵਸ ਨੇ, ਜਿਹੜੇ ਲੀਵਸ ਨੇ ਉਹ ਨਿਊ ਲੀਵਸ ਨੇ ਜਿਹੜੇ ਉਹ ਨਿਕਲਦੇ ਹਨ। ਦਿਸ ਇਜ਼ ਬਿਕੋਜ਼ ਦੀ ਡਿਵਾਈਡਿੰਗ ਟਿਸ਼ੂ, ਇਹ ਕੋਈ ਇੱਕ ਐਸਾ ਟਿਸ਼ੂ ਹੈ ਜੋ ਅੱਗੇ ਡਿਵਾਈਡ ਹੁੰਦਾ ਹੈ। ਆਲਸੋ ਨੋਨ ਐਜ਼ ਮੈਰੀਸਟੇਮੈਟਿਕ ਟਿਸ਼ੂ। ਇਹ ਟਿਸ਼ੂ ਬਹੁਤ ਜ਼ਰੂਰੀ ਹੈ। ਇਹ ਉਹ ਸੈੱਲ ਹਨ ਜਿਹੜੇ ਇਕੱਠੇ ਹੋ ਕੇ ਪਲਾਂਟ ਦੇ ਵਾਧੇ ਲਈ ਕੰਮ ਕਰਦੇ ਹਨ। ਇਜ਼ ਲੋਕੇਟਡ ਓਨਲੀ ਐਟ ਦੀਜ਼ ਪੁਆਇੰਟਸ। ਸਿਰਫ ਜਿੱਥੇ ਗਰੋਥ ਹੁੰਦੀ ਹੈ ਉਸੇ ਪੁਆਇੰਟਸ 'ਤੇ ਇਹ ਟਿਸ਼ੂ ਹੁੰਦਾ ਹੈ। ਇਹ ਸੈੱਲ ਉੱਥੇ ਇਕੱਠੇ ਹੋਏ ਹੁੰਦੇ ਹਨ। ਡਿਪੈਂਡਿੰਗ ਔਨ ਦਾ ਰੀਜ਼ਨ ਵੇਅਰ ਦੇ ਆਰ ਪ੍ਰੈਜੈਂਟ, ਉਸ ਥਾਂ 'ਤੇ ਜਿੱਥੇ ਹਨ ਉਹ 'ਤੇ ਡਿਪੈਂਡ ਕਰਦੇ ਹਨ। ਮੈਰੀਸਟੇਮੈਟਿਕ ਟਿਸ਼ੂਜ਼ ਆਰ ਕਲਾਸੀਫਾਈਡ ਐਜ਼, ਮੈਰੀਸਟੈਮਿਕ ਟਿਸ਼ੂ ਆ ਜਿਹੜਾ, ਇਸ ਨੂੰ 3 ਹਿੱਸਿਆਂ ਵਿੱਚ ਅਸੀਂ ਵੰਡਦੇ ਹਾਂ: ਐਪੀਕਲ, ਲੇਟਰਲ ਐਂਡ ਐਂਟਰਕੈਲਰੀ। 3 ਦੁਬਾਰਾ ਫਿਰ ਇਸ ਨੂੰ
depending on the region where they are present, ਮੈਰੀਸਟੈਮਿਕ ਟਿਸ਼ੂਜ਼ ਆਰ ਕਲਾਸੀਫਾਈਡ ਐਜ਼ ਐਪੀਕਲਸ। ਉਹਨਾਂ ਦੀ ਲੋਕੇਸ਼ਨ 'ਤੇ ਡਿਪੈਂਡ ਕਰਦੇ ਹਨ। ਇਹ ਤੁਹਾਨੂੰ ਅੱਗੇ ਫਿਗਰ ਦੇ ਵਿੱਚ ਕਲੀਅਰ ਹੋ ਜਾਏਗਾ। ਐਪੀਕਲ, ਲੇਟਰਲ ਐਂਡ ਇੰਟਰਕੈਲਰੀ। ਨਿਊ ਸੈਲਸ ਪ੍ਰੋਡਿਊਸਡ ਬਾਏ ਮੈਰੀਸਟੈਮ ਆਰ ਇਨੀਸ਼ੀਅਲੀ ਲਾਈਕ ਦੋਜ਼ ਆਫ ਮੈਰੀਸਟੈਮ ਇਟਸੈਲਫ। ਇਨੀਸ਼ੀਅਲੀ ਜਿਹੜੇ ਇਹ ਨਵੇਂ ਸੈੱਲ ਪ੍ਰੋਡਿਊਸ ਹੁੰਦੇ ਨੇ, ਬਟ ਐਜ਼ ਦੇ ਗਰੋ ਐਂਡ ਮੈਚਿਓਰ, ਜਿਵੇਂ ਇਹ ਵੱਧਦੇ ਹਨ ਅਤੇ ਮੈਚਿਓਰ ਹੁੰਦੇ ਹਨ, ਦੇਅਰ ਕਰੈਕਟਰਿਸਟਿਕਸ ਸਲੋਲੀ ਚੇਂਜ। ਉਹਨਾਂ ਦੇ ਕਰੈਕਟਰਿਸਟਿਕਸ, ਉਹਨਾਂ ਦੇ ਗੁਣ ਨੇ ਜਿਹੜੇ ਬਦਲ ਜਾਂਦੇ ਹਨ। ਐਂਡ ਦੇ ਬਿਕਮ ਡਿਫਰੈਂਸ਼ੀਏਟਡ ਐਜ਼ ਕੰਪੋਨੈਂਟ ਆਫ ਅਦਰ ਟਿਸ਼ੂਜ਼। ਅਤੇ ਇੱਕ ਹੋਰ ਟਿਸ਼ੂ ਨਵਾਂ ਕ੍ਰੀਏਟ ਕਰ ਦਿੰਦੇ ਹਨ, ਜਿਹਨੂੰ ਅਸੀਂ ਪਰਮਾਨੈਂਟ ਟਿਸ਼ੂ ਵੀ ਕਹਿ ਦਿੰਦੇ ਹਾਂ। ਅੱਗੇ ਪੜ੍ਹਾਂਗੇ ਪਰਮਾਨੈਂਟ ਟਿਸ਼ੂ। ਜਿਸ ਤਰ੍ਹਾਂ ਓਨੀਅਨ ਹੈ, ਓਨੀਅਨ ਦਾ ਪਹਿਲਾਂ ਇੱਕ ਛਿੱਲੜ ਬਣਦਾ ਹੈ, ਉਹ ਮੈਰੀਸਟੈਮਿਕ ਟਿਸ਼ੂ ਹੈ। ਬਾਅਦ ਵਿੱਚ ਉਹ ਵੱਖਰਾ ਹੋ ਜਾਂਦਾ ਹੈ, ਡਿਫਰੈਂਸ਼ੀਏਟ ਹੋ ਜਾਂਦਾ ਹੈ, ਸੈਪਰੇਟ ਹੋ ਜਾਂਦਾ ਹੈ, ਅਤੇ ਇੱਕ ਅਗਲਾ ਛਿੱਲੜ ਉਸ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ। ਸੋ ਜਿਹੜਾ ਪਹਿਲਾ ਹੈ ਉਹ ਪਰਮਾਨੈਂਟ ਬਣ ਗਿਆ। ਫਿਰ ਦੂਸਰਾ ਮੈਰੀਸਟੈਮਿਕ ਸਟੇਜ ਚੱਲ ਰਿਹਾ ਹੈ ਅਜੇ, ਫਿਰ ਉਹ ਕੰਪਲੀਟ ਹੋ ਜਾਏਗਾ। ਫਿਰ ਥਰਡ ਜਿਹੜਾ ਹੈ ਛਿੱਲੜ ਉਹ ਬਣਨਾ ਸ਼ੁਰੂ ਹੋ ਜਾਣਾ, ਅਤੇ ਸੈਕਿੰਡ ਫਿਰ ਕੀ ਬਣ ਗਿਆ, ਪਰਮਾਨੈਂਟ। ਸੋ ਗਰੋਥ ਹੈ ਜਿਹੜੀ ਉਹ ਮੈਰੀਸਟੈਮਿਕ ਟਿਸ਼ੂ ਕਰਕੇ ਹੀ ਹੁੰਦੀ ਹੈ। ਜੋ ਅਸੀਂ 3 ਕਲਾਸੀਫਿਕੇਸ਼ਨਸ ਪੜ੍ਹੀਆਂ ਹਨ ਮੈਰੀਸਟੈਮ ਦੀਆਂ, ਮੈਰੀਸਟੈਮਿਕ ਟਿਸ਼ੂ ਦੀਆਂ। ਐਪੀਕਲ, ਐਪੀਕਲ ਕਿੱਥੇ ਹੁੰਦਾ? ਐਪੀਕਲ ਮੈਰੀਸਟੈਮ ਇਜ਼ ਪ੍ਰੈਜੈਂਟ ਐਟ ਦਾ ਗਰੋਇੰਗ ਟਿਪਸ ਆਫ ਸਟੈਮ ਐਂਡ ਰੂਟਸ। ਇਹ ਬਿਲਕੁਲ ਟਿਪਸ 'ਤੇ ਹੁੰਦਾ, ਜਿਸ ਤਰ੍ਹਾਂ ਮੈਂ ਪਹਿਲਾਂ ਪੜ੍ਹਿਆ, ਰੂਟਸ ਦੇ ਟਿਪਸ 'ਤੇ ਵੀ ਇੱਥੇ, ਅਤੇ ਉੱਪਰ ਪਲਾਂਟ ਦੇ ਟਿਪਸ ਦੇ ਉੱਤੇ। ਗਰੋਇੰਗ ਟਿਪਸ ਆਫ ਸਟੈਮ ਐਂਡ ਰੂਟਸ ਐਂਡ ਇਨਕਰੀਜ਼ ਦੀ ਲੈਂਥ ਆਫ ਸਟੈਮ ਐਂਡ ਰੂਟ। ਜੋ ਸਟੈਮ ਦੀ ਲੈਂਥ ਅਤੇ ਰੂਟ ਦੀ ਲੈਂਥ ਵਧਾਉਂਦਾ ਹੈ। ਦੀ ਗ੍ਰਿਥ ਆਫ ਸਟੈਮ ਔਰ ਰੂਟ ਇਨਕਰੀਜ਼ਿਜ਼ ਡਿਊ ਟੂ ਲੇਟਰਲ ਮੈਰੀਸਟੈਮ। ਜਿਹੜੀ ਇਸ ਦੀ ਗ੍ਰਿਥ ਹੈ ਉਹ ਕਾਹਦੇ ਕਰਕੇ ਵੱਧਦੀ ਹੈ? ਲੇਟਰਲ ਮੈਰੀਸਟੈਮ ਕਰਕੇ। ਇੰਟਰਕੈਲਰੀ ਮੈਰੀਸਟੈਮ ਸੀਨ ਇਨ ਸਮ ਪਲਾਂਟਸ ਇਜ਼ ਲੋਕੇਟਡ ਨੀਅਰ ਦੀ ਨੋਡਸ। ਜੋ ਇਹ ਬ੍ਰਾਂਚਿਸ ਨਿਕਲਦੀਆਂ ਹਨ, ਇੱਥੇ ਨੋਡਸ ਜੋ ਗੱਠਾਂ ਹੁੰਦੀਆਂ ਹਨ, ਉਹਨਾਂ ਦੇ ਵਿੱਚ ਕੀ ਉਹਨਾਂ ਦੇ ਨੇੜੇ ਜੋ ਟਿਸ਼ੂ ਪ੍ਰੈਜੈਂਟ ਹੈ ਉਹ ਹੈ ਇੰਟਰਾਕੈਲਰੀ ਮੈਰੀਸਟੈਮ। ਸੋ ਇਹ ਤਿੰਨਾਂ ਦੀ ਲੋਕੇਸ਼ਨ ਦੇਖ ਲੈਣੀ, ਕਿੱਥੇ ਕਿੱਥੇ ਹੈ। ਸੈਲਜ਼ ਆਫ ਮੈਰੀਸਟੈਮਿਕ ਟਿਸ਼ੂ ਆਰ ਵੈਰੀ ਐਕਟਿਵ। ਇਹ ਬੜੇ ਐਕਟਿਵ ਹੁੰਦੇ ਹਨ, ਗਰੋਥ ਬੜੀ ਤੇਜ਼ੀ ਨਾਲ ਹੁੰਦੀ ਹੈ। ਦੇ ਹੈਵ ਡੈਂਸ ਸਾਈਟੋਪਲਾਜ਼ਮ। ਅਤੇ ਇਹ ਜਿਹੜਾ ਦਾ ਸਾਈਟੋਪਲਾਜ਼ਮ ਬੜਾ ਡੈਂਸ ਹੁੰਦਾ ਹੈ। ਡੈਂਸ ਮੀਨਜ਼ ਸੰਘਣਾ, ਨੇੜੇ, ਟਾਈਟ। ਦੈਨ ਸੈਲੂਲੋਜ਼, ਥਿਨ ਸੈਲੂਲੋਜ਼ ਬਾਲਸ ਐਂਡ ਪ੍ਰੋਮੀਨੈਂਟ ਨਿਊਕਲੀ। ਅਤੇ ਇਹਨਾਂ ਦੀਆਂ ਬਾਲਸ ਵੀ ਹੁੰਦੀਆਂ ਨੇ ਅਤੇ ਨਿਊਕਲੀਆਈ ਵੀ ਹੁੰਦੇ ਹਨ। ਦੇ ਲੇਕ ਵੈਕਿਊਲਸ, ਵੈਕਿਊਲਸ ਇਹਨਾਂ ਦੇ ਵਿੱਚ ਨਹੀਂ ਹੁੰਦੇ। ਹੁਣ ਇੱਥੇ ਸਮਝਣ ਵਾਲੀ ਗੱਲ ਕੀ ਹੈ, ਜੋ ਮੈਰੀਸਟੈਮਿਕ ਟਿਸ਼ੂ ਹੈ ਉਸ ਦੀ ਡਿਵੀਜ਼ਨ ਦਿੱਤੀ ਗਈ ਹੈ। ਐਪੀਕਲ ਕਿੱਥੇ ਹੈ, ਇੰਟਰਕੈਲਰੀ ਕਿੱਥੇ ਹੈ, ਅਤੇ ਲੇਟਰਲ ਮੈਰੀਸਟੈਮ ਕਿੱਥੇ ਹੈ। ਇਹ ਅੱਗੇ ਵੱਧਦੇ ਜਾਂਦੇ ਹਨ, ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਓਨੀਅਨ ਦੀ ਐਗਜ਼ਾਮਪਲ ਦਿੱਤੀ ਹੈ, ਅੱਗੇ ਕੀ ਕ੍ਰੀਏਟ ਕਰਦੇ ਜਾਂਦੇ ਹਨ? ਪਰਮਾਨੈਂਟ ਟਿਸ਼ੂ। ਪਰਮਾਨੈਂਟ ਟਿਸ਼ੂ ਬਣਦੇ ਜਾਂਦੇ ਹਨ। ਪਰਮਾਨੈਂਟ ਟਿਸ਼ੂ ਹਨ ਜਿਹੜੇ ਇਹ ਨੈਕਸਟ 2 ਟਾਈਪਸ ਦੇ ਹੁੰਦੇ ਨੇ।
सिंपल परमानेंट टिश्यू एंड कंपलैक्स परमानेंट टिश्यू। सिंपल परमानेंट टिश्यू एंड कंपलैक्स परमानेंट टिश्यू। जो तुहानूं दस्सिया है रिपीट फिर होएगा। वट हैपन्स टू द सैल फॉर्मड बाय मैरिस्टेमिक टिश्यू। जो सैल बनते हैं मैरिस्टेमिक टिश्यू राਹੀਂ ਉਹਨਾਂ ਨਾਲ ਕੀ ਹੁੰਦਾ ਹੈ। ਦੇ ਟੇਕ ਅਪ ਏ ਸਪੈਸੀਫਿਕ ਰੋਲ ਐਂਡ ਲੌਸ ਦੀ ਐਬਿਲਿਟੀ ਟੂ ਡਿਵਾਈਡ। ਉਹਨਾਂ ਨੂੰ ਇੱਕ ਖਾਸ ਕੰਮ ਕਰਨ ਨੂੰ ਮਿਲ ਜਾਂਦਾ ਹੈ, ਇੱਕ ਵੱਖਰਾ ਕੰਮ ਕਰਨ ਨੂੰ ਮਿਲ ਜਾਂਦਾ ਹੈ ਜੋ ਨਵੇਂ ਸੈੱਲ ਬਣਾਉਂਦੇ ਹਨ, ਅਤੇ ਉਹ ਅੱਗੇ ਡਿਵਾਈਡ ਨਹੀਂ ਹੁੰਦਾ। ਐਜ਼ ਏ ਰਿਜ਼ਲਟ ਦੇ ਫਾਰਮ ਏ ਪਰਮਾਨੈਂਟ टिश्यू। फिर एक परमानेंट टिश्यू बन जाते हैं। एक परमानेंट टिश्यू बन गया है वखरा, जिमें साडी बॉडी विच है, अगे पढ़ांगे। बोनस हड्डियाँ एक वखरा टिश्यू है जिहड़ी बॉडी नूं स्ट्रक्चर दे रहा है। ब्लड एक वखरा टिश्यू है। भोजन खाते हाँ, कुछ हड्डियाँ बनाउण लई यूज हुंदा है, कुछ ब्लड बनाउण लई यूज हुंदा है। अलग अलग टिश्यू बनते हैं। ब्लड बनता है जिहड़ा भोजन नूं ट्रांसपोर्ट करता है। एक नर्व टिश्यू है जो ब्रेन नाल रिलेटेड है, वो बनता है। इस तरह वक्खरे वक्खरे परमानेंट टिश्यू ने जिहड़े बनते जाते हैं। इस तरह ही प्लांट विच है। फिलहाल असी प्लांट टिश्यू पढ़ रहे हैं, तुहानूं समझण लई एग्जाम्पल दे दित्ती ह्यूमन बॉडी दी। द प्रोसैस ऑफ टेकिंग अप अ परमानेंट शेप साइज एंड फंक्शन इज़ कॉल्ड डिफरेंशिएशन। डिफरेंशिएशन हुंदा अलग होना, वखरा होना। एक वो प्रोसैस जिहदे नाल एक परमानेंट शेप बन जावे, साइज बन जाए, तो एक वखरा उहदे लई काम बन जाए, तो उसनूं इस प्रोसैस नूं कहा जाता है डिफरेंशिएशन। मैरास्टेमिक टिश्यू है जिहड़ा अगे डिफरेंशिएशन करता जाता है, अलग अलग टिश्यू बनाउंदा अगे चलिया जाता है। डिफरेंशिएशन लीड्स टू द डिवेलपमेंट ऑफ वेरीअस टाइप्स ऑफ परमानेंट टिश्यूज़। ये डिफरेंशिएशन किस दी अगवाई करता है? लीड्स टू द डिवेलपमेंट ऑफ वेरीअस टाइप्स ऑफ परमानेंट टिश्यू। इस तरह अलग अलग परमानेंट टिश्यू हैं जिहड़े बनते चले जाते हैं। जे असी प्लांट के स्टैम नूं कट के देखिए, कदे तुसीं दरख्त कट्टिया होया देखिया होगा, उस विच इस तरह लेयर्स बणियां हुंदियां हन। ये अलग अलग टिश्यू हैं 1 2 3 4। पहला मैरिस्टेमिक सी, फिर ये अगे चलिया गया, ਇਹਦਾ एक ਵੱਖਰਾ काम हो गया, ਵੱਖਰੀ शेप साइज़ ते फंक्शन। ये परमानेंट टिश्यू बन गया। जिस तरह ओनियन पील देखते हैं आपां, नैक्सट ਵੱਖਰਾ बन गया। इस तरह लेयर्स बनदियां जांदियां हन। उम्मीद है तुहानूं समझ आ गया होगा कि परमानेंट टिश्यूज़ की हन। नैक्सट बेटे परमानेंट टिश्यू हैं जिहड़े वो 2 टाइप्स के हुंदे हन। सिंपल परमानेंट टिश्यू ते कंपलैक्स परमानेंट टिश्यू। इत्थे तुसीं 3 वर्ड मैं तुहानूं ब्रीफली दसांगा, ते नैक्सट लैक्चर दे विच आपां थोड़ा उसनूं ब्रीफली पढ़ांगे भी। सिंपल परमानेंट टिश्यू 3 प्रकार के हुंदे हन। अज तुहानूं क्वेश्चन राइट करन लई दवांगे, उहदे विच तुसीं देखना है। तो सिंपल परमानेंट टिश्यू बाद असीं पढ़ांगे कंपलैक्स परमानेंट टिश्यू। कंपलैक्स परमानेंट टिश्यू ये पढ़ने हैं। तो लास्ट दे विच असीं इसदा एक क्वेश्चन भी दिता होया है जो तुसीं पढ़ना है।
ਤੁਹਾਨੂੰ ਸਮਝ ਆ ਜਾਵੇ ਕਿ ਚੈਪਟਰ ਦੇ ਵਿੱਚ ਪਲਾਂਟ ਟਿਸ਼ੂ ਕਿਸ ਤਰ੍ਹਾਂ ਹਨ। ਪਲਾਂਟ ਟਿਸ਼ੂ ਦੋ ਪ੍ਰਕਾਰ ਦੇ ਹੁੰਦੇ ਹਨ, ਸਿੰਪਲ ਐਂਡ ਕੰਪਲੈਕਸ। ਤੇ ਸਿੰਪਲ ਟਿਸ਼ੂ ਅੱਗੇ 3 ਪ੍ਰਕਾਰ ਦਾ ਅਸੀਂ ਅਜੇ ਸ਼ੁਰੂ ਕਰਨਾ ਹੈ ਨੈਕਸਟ ਲੈਕਚਰ ਦੇ ਵਿੱਚ। ਸਿੰਪਲ, ਪੈਰਨਕਾਈਮਾ, ਕੋਲਨਕਾਈਮਾ ਤੇ ਸਕਲੈਰਨਕਾਈਮਾ। ਕੰਪਲੈਕਸ, ਜਾਈਲਮ ਤੇ ਫੀਲੋਮ, ਇਹ ਅਸੀਂ ਪੜ੍ਹਨੇ ਹਨ। ਪਹਿਲਾਂ ਪਰਮਾਨੈਂਟ ਟਿਸ਼ੂ ਸ਼ੁਰੂ ਕਰ ਚੁੱਕੇ ਹਾਂ। ਪਰਮਾਨੈਂਟ ਟਿਸ਼ੂ ਬਣਦੇ ਜਾਂਦੇ ਹਨ। ਇਟ ਇਜ਼ ਆਫ ਅਗੇਨ 2 ਟਾਈਪਸ, ਸਿੰਪਲ ਐਂਡ ਕੰਪਲੈਕਸ। ਸਿੰਪਲ ਟਿਸ਼ੂ ਫਰਦਰ it is of 3 types and complex tissue is of 2 types। ਇਹ ਪੜ੍ਹਨ ਦੇ ਨਾਲ ਸਾਡਾ ਪਲਾਂਟ ਟਿਸ਼ੂ ਹੈ ਜਿਹੜਾ ਉਹ ਓਵਰ ਹੋ ਜਾਵੇਗਾ ਤੇ ਉਸ ਤੋਂ ਬਾਅਦ ਅਸੀਂ ਪੜ੍ਹਾਂਗੇ ਐਨੀਮਲਸ ਟਿਸ਼ੂ। ਐਨੀਮਲਸ ਟਿਸ਼ੂ ਇਹ ਤੁਹਾਨੂੰ ਚੈਪਟਰ ਦੇ ਵਿੱਚ ਦਿਸ ਇਜ਼ ਪਲਾਂਟ ਟਿਸ਼ੂ ਇੱਥੇ ਓਵਰ ਹੋ ਜਾਵੇਗਾ ਤੇ ਐਨੀਮਲ ਟਿਸ਼ੂ ਸਟਾਰਟ ਹੋ ਜਾਵੇਗਾ। ਇਹ ਚੈਪਟਰ ਦੀ ਡਿਟੇਲ ਹੈ। ਤੋ ਫਿਲਹਾਲ ਅਸੀਂ ਪਲਾਂਟ ਟਿਸ਼ੂ ਪੜ੍ਹ ਰਹੇ ਹਾਂ ਜਿਹਦੇ ਵਿੱਚ ਅਸੀਂ ਪਰਮਾਨੈਂਟ ਟਿਸ਼ੂ ਪੜ੍ਹ ਲਿਆ ਹੈ ਤੇ ਨੈਕਸਟ ਉਸ ਦੀਆਂ ਟਾਈਪਸ ਪੜ੍ਹਾਂਗੇ, ਸਿੰਪਲ ਪਰਮਾਨੈਂਟ ਟਿਸ਼ੂ ਐਂਡ ਕੰਪਲੈਕਸ ਪਰਮਾਨੈਂਟ ਟਿਸ਼ੂ। ਸਿੰਪਲ ਪਰਮਾਨੈਂਟ ਟਿਸ਼ੂ ਹੈ ਜਿਹੜਾ ਇਹ ਫਿਰ 3 ਟਾਈਪਸ ਦਾ ਹੁੰਦਾ ਹੈ। ਸਿੰਪਲ ਪਰਮਾਨੈਂਟ ਟਿਸ਼ੂ ਅਸੀਂ ਸ਼ੁਰੂ ਕਰਨ ਜਾਣਾ ਹੈ ਸਿੰਪਲ ਪਰਮਾਨੈਂਟ ਟਿਸ਼ੂ। ਸੋ ਇਸ ਨੂੰ ਬੇਟੇ ਪੜ੍ਹ ਲੈਣਾ ਟਿਸ਼ੂ ਕੀ ਹੁੰਦਾ ਹੈ ਤੇ ਮੈਰਿਸਟੈਮੈਟਿਕ ਟਿਸ਼ੂ ਕੀ ਹੈ, ਪਰਮਾਨੈਂਟ ਟਿਸ਼ੂ ਕੀ ਹੈ, ਇੰਨਾ ਯਾਦ ਕਰਨਾ ਹੈ ਕਿ ਬੇਟੇ ਥੈਂਕ ਯੂ, ਹੈਵ ਅ ਨਾਈਸ ਡੇ।